ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਸਟਾਰ ਟੀਵੀ। ਮੈਂ ਸੁਖਪਾਲ ਸਿੰਘ ਔਲਖ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਇਮੀਗ੍ਰੇਸ਼ਨ ਗੁਰੂ। ਜਿਸ ਤਰ੍ਹਾਂ ਤੁਸੀਂ ਜਾਣਦੇ ਹੋ, ਇਸ ਪ੍ਰੋਗਰਾਮ ਵਿੱਚ ਅਸੀਂ ਕਿਸੇ ਵਿਸ਼ੇਸ਼ ਇਮੀਗ੍ਰੇਸ਼ਨ ਮਾਹਰ ਨਾਲ ਗੱਲਬਾਤ ਕਰਦੇ ਹਾਂ ਅਤੇ ਕੈਨੇਡਾ ਇਮੀਗ੍ਰੇਸ਼ਨ 'ਚ ਲੇਟੈਸਟ ਅਪਡੇਟਸ ਬਾਰੇ ਜ਼ਿਕਰ ਕਰਦੇ ਹਾਂ। ਅਤੇ ਅੱਜ ਸਾਡੇ ਸਟੂਡੀਓ ਪਹੁੰਚੇ ਨੇ ICC ਇਮੀਗ੍ਰੇਸ਼ਨ ਤੋਂ MD ਮਨੂ ਦੱਤਾ ਜੀ। ਦੱਤਾ ਜੀ, ਬਹੁਤ ਬਹੁਤ ਸਵਾਗਤ ਹੈ ਸਟੂਡੀਓ। ਥੈਂਕ ਯੂ ਵੈਰੀ ਮਚ ਸੁਖਪਾਲ ਜੀ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੇ ਸਾਰੇ ਹੀ ਵਿਊਅਰਸ ਨੂੰ ICC ਇਮੀਗ੍ਰੇਸ਼ਨ ਦੀ ਸਮੁੱਚੀ ਟੀਮ ਵੱਲੋਂ MD ਮਨੂ ਦੱਤਾ ਐਂਡ RD ਰਿਪੁਦਮਨ ਸਿੰਘ ਢਿੱਲੋਂ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ ਐਂਡ ਥੈਂਕ ਯੂ ਵੈਰੀ ਮਚ ਫॉर ਹੈਵਿੰਗ ਅਸ ਔਨ ਏਅਰ। ਥੈਂਕ ਯੂ ਮਨੂ ਜੀ। ਸਭ ਤੋਂ ਪਹਿਲਾਂ ਅੱਜ ਦੀ ਜੇ ਮੈਂ ਗੱਲ ਕਰਾਂ, ਜੋ ਚਰਚਾ ਚੱਲ ਰਹੀ ਹੈ, ਸੋਸ਼ਲ ਮੀਡੀਆ ਭਰਿਆ ਪਿਆ ਔਰ ਮੋਸ਼ਨ 44 ਨੂੰ ਲੈ ਕੇ TR to PR ਦੀ ਬੜਾ ਰੌਲਾ ਪੈ ਰਿਹਾ। ਮੈਂ ਚਾਹੂੰਗਾ ਪਿਕਚਰ ਜ਼ਰੂਰ ਕਲੀਅਰ ਹੋਵੇ, ਹੋ ਕੀ ਰਿਹਾ, ਓਫੀਸ਼ੀਅਲੀ ਕੀ ਹੋ ਰਿਹਾ ਉਸ ਬਾਰੇ। ਸੁਖਪਾਲ ਜੀ, ਜਨਵਰੀ ਦੇ ਵਿੱਚ ਸਾਡੇ ਸਰੀ ਤੋਂ ਮੈਂਬਰ ਪਾਰਲੀਮੈਂਟ ਹੈਗੇ ਨੇ ਰਣਦੀਪ ਸਰਾਏ ਜੀ, ਉਹ ਇੱਕ ਮੋਸ਼ਨ ਲੈ ਕੇ ਆਏ ਸੀ। ਉਸ ਮੋਸ਼ਨ ਦਾ ਨਾਮ ਮੋਸ਼ਨ 44 ਦਿੱਤਾ ਗਿਆ ਸੀਗਾ। ਹੁਣ ਬੇਸਿਕਲੀ ਮੋਸ਼ਨ 44 ਹੈਗਾ ਕੀ ਹੈ? ਬੇਸਿਕਲੀ ਕੈਨੇਡਾ ਲਾਸਟ ਈਅਰ ਇੱਕ TR to PR ਪ੍ਰੋਗਰਾਮ ਇਹੋ ਜਿਹਾ ਆਇਆ ਸੀਗਾ ਜਿੰਨੇ ਵੀ ਇੰਟਰਨੈਸ਼ਨਲ ਸਟੂਡੈਂਟਸ ਸੀਗੇ, ਜਿੰਨੇ ਵੀ ਅਸੈਂਸ਼ੀਅਲ ਸਰਵਿਸਿਜ਼, ਨਾਨ ਅਸੈਂਸ਼ੀਅਲ ਸਰਵਿਸਿਜ਼ ਵਿੱਚ ਕੰਮ ਕਰ ਰਹੇ ਸੀਗੇ, ਜਿੰਨੇ ਵੀ ਫੋਰਨ ਵਰਕਰ ਸੀਗੇ, ਉਹਦਾ ਫਾਇਦਾ ਚੱਕ ਸਕਦੇ ਸੀਗੇ। ਸੋ ਉਹਨਾਂ ਦੀ PR ਆਸਾਨੀ ਵਾਸਤੇ ਇਹ ਸਾਰਾ ਪ੍ਰੋਗਰਾਮ ਉਲੀਕਿਆ ਗਿਆ ਸੀਗਾ। ਸੋ ਉਸੇ ਚੀਜ਼ ਨੂੰ ਉਸ ਟਾਈਮ ਤੇ ਤਕਰੀਬਨ 85,000 ਐਪਲੀਕੈਂਟਸ ਨੇ ਐਪਲੀਕੇਸ਼ਨ ਪੁੱਟ ਅਪ ਕੀਤੀਆਂ ਸੀਗੀਆਂ ਇਸ ਪ੍ਰੋਗਰਾਮ ਦੇ ਤਹਿਤ 6 ਮਈ ਨੂੰ ਜੀ। ਐਂਡ 6 ਮਈ ਦੀ ਐਪਲੀਕੇਸ਼ਨਸ ਤੋਂ ਬਾਅਦ 23,000 ਐਪਲੀਕੇਸ਼ਨਸ ਤਾਂ ਪਿਛਲੇ ਸਾਲ ਪ੍ਰੋਸੈਸ ਹੋ ਗਈਆਂ। ਹੁਣ ਜਦੋਂ ਸਰਕਾਰ ਨੇ ਆਪਣੇ ਕੋਟੇਸ ਦਿੱਤੇ ਕਿ ਕਿਹੜੇ ਉਹ ਬਾਕੀ ਐਪਲੀਕੇਸ਼ਨਸ ਕਦੋਂ ਪ੍ਰੋਸੈਸ ਹੋਣੀਆਂ, ਉਹਨਾਂ ਨੇ ਇੱਕ ਐਪਲੀਕੇਸ਼ਨ ਦਾ ਕੋਟਾ ਦਿੱਤਾ 40,000 ਐਪਲੀਕੇਸ਼ਨ ਇਸ ਸਾਲ ਦੇ ਵਿੱਚ ਪ੍ਰੋਸੈਸ ਹੋਣੀਆਂ 2022 ਦੇ ਵਿੱਚ, ਤੇ 30,000 ਜਿਹੜੀਆਂ ਬਚ ਜਾਣਗੀਆਂ ਉਹ ਅਗਲੇ ਸਾਲ 2023 ਦੇ ਵਿੱਚ ਪ੍ਰੋਸੈਸ ਹੋਣਗੀਆਂ। ਹੁਣ ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਜਾਂ ਬਹੁਤ ਸਾਰੇ ਫੋਰਨ ਵਰਕਰਸ ਇਹੋ ਜਿਹੇ ਵੀ ਸੀਗੇ ਜਿਹੜੇ ਉਸ ਟਾਈਮ ਪ੍ਰੀਪੇਅਰਡ ਨਹੀਂ ਸੀਗੇ, ਜਿਹਨਾਂ ਕੋਲ ਆਈਲੈਟਸ ਕਾਰਡ ਨਹੀਂ ਸੀਗੇ, ਕਿਸੇ ਕੋਲ PCC ਨਹੀਂ ਸੀਗਾ, ਕਿਸੇ ਕੋਲ ਡਿਗਰੀ ਅਸੈਸਮੈਂਟਸ ਨਹੀਂ ਸੀਗੇ। ਸੋ ਆਪਣੀ ਐਪਲੀਕੇਸ਼ਨ ਪੁੱਟ ਅਪ ਨਹੀਂ ਕਰ ਸਕੇ ਬਿਕੋਜ਼ ਆਫ ਵਨ ਟਾਈਮ ਓਪਰਚੁਨਿਟੀ ਸੀਗੀ। ਸੋ ਉਸੇ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਐਂਡ ਸਰਾਏ ਸਾਹਿਬ ਐਂਡ ਬਾਕੀ ਵੀ ਮੈਂਬਰ ਪਾਰਲੀਮੈਂਟ ਆਪਣੇ ਜਿਹੜੇ ਇਹ ਕਨਸਟੀਟੂਐਂਸੀ ਦੇ ਵਿੱਚ ਸਟੂਡੈਂਟਸ, ਇੰਟਰਨੈਸ਼ਨਲ ਸਟੂਡੈਂਟਸ ਆਏ ਹੋਏ ਨੇ ਜਾਂ ਰੈਜ਼ੀਡੈਂਟਸ ਹੈਗੇ ਨੇ, ਉਹਨਾਂ ਦੇ ਰਿਸ਼ਤੇਦਾਰ ਰਹਿ ਰਹੇ ਨੇ, ਉਹਨਾਂ ਨੂੰ ਉਹਨਾਂ ਦਾ ਇੱਕ ਫਰਜ਼ ਸੀਗਾ ਕਿ ਉਹਨਾਂ ਵਾਸਤੇ ਇੱਕ ਨਵਾਂ ਪ੍ਰਪੋਜ਼ਲ ਲੈ ਕੇ ਆਇਆ ਜਾਵੇ। ਸੋ ਉਹ ਚੀਜ਼ ਨੂੰ ਅੱਗੇ ਲੈ ਕੇ ਗਏ ਆ, ਪ੍ਰਪੋਜ਼ਲ ਦਿੱਤਾ ਗਿਆ, ਉਸ ਦੇ ਉੱਤੇ ਬਹਿਸ ਹੋਈ, ਉਹ ਤੋਂ ਸੈਕਿੰਡ ਕੀਤਾ ਗਿਆ ਐਂਡ ਤਕਰੀਬਨ ਇੱਕ MP ਨੂੰ ਛੱਡ ਕੇ ਬਾਕੀ ਸਾਰੇ ਹੀ ਮੈਂਬਰ ਪਾਰਲੀਮੈਂਟਸ ਨੇ ਇਹਦੇ ਵਿੱਚ ਹਾਮੀ ਦੇ ਵਿੱਚ ਸਿਰ ਹਿਲਾਇਆ। ਸੋ ਉਹਦੇ ਨਾਲ ਆ ਕੀ ਹੋਇਆ ਜੀ ਕਿ 11 ਮਈ ਨੂੰ ਉਹਨਾਂ ਨੇ ਕਰ ਦਿੱਤਾ ਕਿ 120 ਦਿਨ ਦਾ ਟਾਈਮ ਉਹਨਾਂ ਨੇ IRCC ਨੂੰ, ਇਮੀਗ੍ਰੇਸ਼ਨ ਮਿਨਿਸਟਰ ਨੂੰ ਦਿੱਤਾ ਕਿ ਇਹਦੇ ਉੱਤੇ ਤੁਸੀਂ ਠੋਸ ਪ੍ਰੋਗਰਾਮ ਲੈ ਕੇ ਆਓ 120 ਦਿਨਾਂ ਦੇ ਵਿੱਚ। ਸੋ ਤਕਰੀਬਨ 30 ਦਿਨ ਨਿਕਲ ਚੁੱਕੇ ਨੇ ਜੀ, 90 ਦਿਨ ਹਲੇ ਬਾਕੀ ਹੈਗੇ ਨੇ। ਸੋ ਹੋਪਫੁਲੀ ਬਾਏ ਦਾ ਮਿਡ ਆਫ ਸੈਪਟੈਂਬਰ ਇਸ ਪ੍ਰੋਗਰਾਮ ਦੇ ਉੱਤੇ ਹੋਰ ਡਿਵੈਲਪਮੈਂਟ ਹੋਣਗੀਆਂ ਕਿ ਪ੍ਰੋਗਰਾਮ ਕਿਸ ਤਰ੍ਹਾਂ ਵਰਕ ਕਰੇਗਾ, ਕਿਹੜੇ ਐਪਲੀਕੈਂਟਸ ਹੋਣਗੇ ਜਿਹੜੇ ਬੈਸਟ ਇਹਦੇ ਵਿੱਚ ਕੁਆਲੀਫਾਈ ਕਰ ਸਕਣਗੇ। ਬਟ ਹਲੇ ਇਹ ਪਲਾਨ B ਦੇ ਵਿੱਚ ਮੈਂ ਜਿੰਨੇ ਵੀ ਇੰਟਰਨੈਸ਼ਨਲ ਸਟੂਡੈਂਟਸ ਹੈਗੇ ਨੇ, ਜਿੰਨੇ ਵੀ ਫੋਰਨ ਵਰਕਰਸ ਹੈਗੇ ਨੇ, ਇਕੱਲਾ ਇਸ ਪ੍ਰੋਗਰਾਮ ਨੂੰ ਨਾ ਲੈ ਕੇ ਬਹਿ ਜਾਓ ਕਿ ਮੈਂ ਇਸ ਪ੍ਰੋਗਰਾਮ ਦੇ ਤਹਿਤ ਮੈਂ PR ਹੀ ਹੋ ਜਾਣਾ ਹੈ। ਬਿਲਕੁਲ ਹੋਗੇ, ਦਿਸ ਪ੍ਰੋਗਰਾਮ ਇਜ਼ ਫॉर ਯੂ ਓਨਲੀ। ਬਟ ਅੱਜ ਦੀ ਤਰੀਕ ਦੇ ਵਿੱਚ ਪਲਾਨ A ਦੇ ਉੱਤੇ, ਜਿਹੜਾ ਅੱਜ ਦੀ ਤਰੀਕ ਦੇ ਵਿੱਚ ਲਾਅ ਹੈਗਾ, ਉਹਦੇ ਉੱਤੇ ਕੰਮ ਕਰੋ। ਚਾਹੇ ਉਹ PNP ਪ੍ਰੋਗਰਾਮ ਹੋਵੇ, ਚਾਹੇ ਐਕਸਪ੍ਰੈਸ ਐਂਟਰੀ ਹੋਵੇ। ਆਹ ਸੋਚ ਗ੍ਰੇਡ 12 ਵਾਲੇ ਬੱਚੇ ਸਟੂਡੈਂਟਸ ਜਿਹੜੇ ਹੈਗੇ ਨਾ, ਖਾਸ ਕਰ ਮਾਂ ਪਿਓ ਨੇ ਬੜੇ ਔਖੇ ਪੈਸੇ ਕਈ ਸਰਫਿਆਂ ਕਰਕੇ ਇੱਥੇ ਬੱਚਿਆਂ ਨੂੰ ਪੜ੍ਹਨ ਵਾਸਤੇ ਭੇਜਿਆ ਹੈਗਾ। ਬੱਚਿਆਂ ਨੇ ਮਿਹਨਤਾਂ ਵੀ ਬੜੀਆਂ ਕੀਤੀਆਂ ਬਿਕੋਜ਼ ਉਹਨਾਂ ਨੇ ਆਫ ਕੈਂਪਸ ਜੌਬਸ ਵੀ ਕੀਤੀਆਂ, ਪੜ੍ਹਾਈਆਂ ਵੀ ਕੀਤੀਆਂ, ਔਖੇ ਹੋ ਕੇ ਰੈਂਟਸ ਵੀ ਦਿੱਤੇ ਆ, ਪੜ੍ਹਾਈ ਲਿਖਾਈ ਵਾਸਤੇ, ਖਾਣੇ ਬਣਾਉਣ ਵਾਸਤੇ ਕਈ ਦਿਨ ਭੁੱਖੇ ਵੀ ਸੁੱਤੇ ਹੋਣਗੇ। ਬਟ ਆਹ ਸੋਚ ਕੇ ਨਾ ਬਹਿ ਜਾਓ ਕਿ ਆਹ ਪ੍ਰੋਗਰਾਮ ਮੇਰੇ ਵਾਸਤੇ ਆ ਰਿਹਾ, ਤੁਹਾਡੇ ਵਾਸਤੇ ਹੀ ਆ ਰਿਹਾ। ਬਟ ਜਦ ਤੱਕ ਉਹ ਪ੍ਰੋਗਰਾਮ ਲਾਅ ਨਹੀਂ ਬਣਦਾ ਤਾਂ ਤੱਕ ਤੁਹਾਡੇ ਕੋਲ ਜਿਹੜਾ ਐਗਜ਼ਿਸਟਿੰਗ ਪ੍ਰੋਗਰਾਮ ਆ ਉਹਦੇ ਵਾਸਤੇ ਕੰਮ ਕਰੋ। ਬਿਲਕੁਲ, ਬਹੁਤ ਸੋਹਣੀ ਗੱਲ ਮਨੂ ਦੱਤਾ ਜੀ ਨੇ ਇੱਥੇ ਜ਼ਿਕਰ ਕੀਤਾ ਕਿ ਅਜੇ ਤੱਕ ਇਹ ਬਿੱਲ ਹੈ ਔਰ ਇਸ 'ਤੇ ਅਜੇ ਪ੍ਰਪੋਜ਼ਲ ਦਿੱਤਾ ਗਿਆ, ਪੂਰਾ ਇਹਦੀ ਰੂਪਰੇਖਾ ਤਿਆਰ ਹੋਣੀ ਹੈ ਮਿਨਿਸਟਰੀ ਵੱਲੋਂ ਕਿ ਕਿਹੜੇ ਲੋਕ ਇਸ ਵਿੱਚ ਜਿਹੜੇ ਸ਼ਾਮਲ ਹੋਣਗੇ। ਮਨੂ ਜੀ, ਇਸ ਤੋਂ ਪਹਿਲਾਂ ਮੈਂ ਅੱਗੇ ਵਧਾਂ, ਤੁਸੀਂ ਗ੍ਰੇਡ 12 ਦਾ ਜ਼ਿਕਰ ਕੀਤਾ, ਅਸੀਂ ਉਹਨਾਂ ਦੇ ਸਕੋਰ ਬਾਰੇ ਵੀ ਜਾਣਦੇ ਹਾਂ ਕਿ ਕਿੱਥੇ ਬੱਚੇ ਉਹ ਮਤਲਬ ਪ੍ਰੋਫਾਈਲ ਵਿੱਚ ਸਟੈਂਡ ਕਰਦੇ ਨੇ। ਔਰ ਐਜ਼ ਏ ਬਤੌਰ MD ਆਫ ICC ਇਮੀਗ੍ਰੇਸ਼ਨ PNP ਦਾ ਤੁਸੀਂ ਜ਼ਿਕਰ ਕੀਤਾ, ਹੋਰ ਆਪਸ਼ਨਸ ਕੀ ਨੇ ਗ੍ਰੇਡ 12 ਲਈ ਤੁਹਾਡੇ ਕੋਲ ਜੇ ਤੁਸੀਂ ਉਹਨਾਂ ਨੂੰ ਦੱਸਣਾ ਹੋਵੇ? ਸੁਖਪਾਲ ਜੀ, ਪਹਿਲੀ ਗੱਲ ਤਾਂ ਕੰਫਰਟ ਜ਼ੋਨ ਚੋਂ ਬਾਹਰ ਨਿਕਲਣਾ ਪਏਗਾ ਜੀ। ਕੰਫਰਟ ਜ਼ੋਨ ਸਾਡੇ ਬੱਚਿਆਂ ਵਾਸਤੇ ਕੀ ਹੈ ਜੀ? ਬਰੈਂਪਟਨ ਕੰਫਰਟ ਜ਼ੋਨ ਆ, ਸਰੀ ਕੰਫਰਟ ਜ਼ੋਨ ਆ। ਆਪਾਂ ਕੰਫਰਟ ਜ਼ੋਨ ਚੋਂ ਬਾਹਰ ਨਹੀਂ ਨਿਕਲਣਾ, ਇੱਥੋਂ ਬਾਹਰ ਨਿਕਲੋ।
ਅੱਜ ਦੀ ਤਰੀਕ ਦੇ ਵਿੱਚ ਅਸੀਂ ਅਨਐਮਪਲੋਇਮੈਂਟ ਰੇਟ 5.1 ਤੇ ਆ ਗਿਆ, ਮਿਨੀਮਮ ਇਨ ਦਾ ਹਿਸਟਰੀ ਆਫ ਕੈਨੇਡਾ। ਅੱਜ ਦੀ ਤਰੀਕ ਦੇ ਵਿੱਚ 1 ਮਿਲੀਅਨ ਤੋਂ ਜ਼ਿਆਦਾ ਜੌਬ ਆਫਰਸ ਕੈਨੇਡਾ ਦੇ ਵਿੱਚ ਐਗਜ਼ਿਸਟ ਕਰਦੀਆਂ ਪਈਆਂ, 1 ਮਿਲੀਅਨ ਤੋਂ ਜ਼ਿਆਦਾ ਵੈਕੈਂਸੀਜ਼ ਹੈਗੀਆਂ। ਐਂਡ ਅੱਜ ਦੀ ਤਰੀਕ ਦੇ ਵਿੱਚ PNP ਪ੍ਰੋਗਰਾਮਸ ਇੰਨੇ ਕੰਡਿਊਸਿਵ ਹੈਗੇ ਨੇ ਕਿ 1 ਸਾਲ ਜੌਬ ਕਰਨ ਤੋਂ ਸੁਪਰਵਾਈਜ਼ਰ ਦੀ ਜੌਬ ਦੀ ਲੋੜ ਨਹੀਂ ਹੈਗੀ। ਨੋਵਾ ਸਕੋਸ਼ੀਆ ਦੇ ਵਿੱਚ, ਨਿਊ ਬ੍ਰੰਸਵਿਕ ਦੇ ਵਿੱਚ ਸੁਪਰਵਾਈਜ਼ਰ ਦੀ ਜੌਬ ਦੀ ਲੋੜ ਨਹੀਂ ਹੈਗੀ। ਤੁਸੀਂ ਉੱਥੇ ਬੇਸਿਕ ਜੌਬ ਵੀ ਕਰਦੇ ਹੋ ਤਾਂ ਵੀ ਸਾਲ ਜੌਬ ਕਰਨ ਤੋਂ ਬਾਅਦ ਤੁਸੀਂ PNP ਵਾਸਤੇ ਐਲੀਜੀਬਲ ਹੋ ਜਾਂਦੇ ਹੋ। ਕਹਿੰਦੇ ਆ ਸੋਸ਼ਲ ਮੀਡੀਆ ਨੇ ਸਟੂਡੈਂਟਸ ਦਾ ਦਿਮਾਗ ਇੰਨੀਆਂ ਚੀਜ਼ਾਂ, ਹਰ ਆਦਮੀ ਕੰਸਲਟੈਂਟ ਲਾਇਰ ਬਣ ਗਿਆ ਹੈ। ਬਿਲਕੁਲ। ਐਂਡ ਅੱਜ ਦੀ ਤਰੀਕ ਦੇ ਵਿੱਚ ਮੈਨੂੰ ਘੱਟੋ ਘੱਟ ਰੋਜ਼ 8 ਤੋਂ 10 ਫੋਨ ਆ ਰਹੇ ਨੇ ਕਿ ਨੋਵਾ ਸਕੋਸ਼ੀਆ ਦਾ ਪ੍ਰੋਗਰਾਮ ਬੰਦ ਹੋ ਗਿਆ, ਤੁਸੀਂ ਕਿਉਂ ਗਾਈਡ ਕਰ ਰਹੇ ਹੋ ਜੀ। ਇੱਕ ਸਟਰੀਮ ਬੰਦ ਹੋਈ ਹੈ, ਸਾਰੇ ਪ੍ਰੋਗਰਾਮਸ ਨਹੀਂ ਬੰਦ ਹੋਏ, ਇੰਟਰਨੈਸ਼ਨਲ ਸਟੂਡੈਂਟਸ ਵਾਸਤੇ ਸਟਰੀਮ ਨਹੀਂ ਬੰਦ ਹੋਈਆਂ। ਤੁਸੀਂ ਜਾ ਕੇ ਉੱਥੇ ਕੰਮ ਕਰੋ, EMPLOYER ਜੇ ਡੈਜ਼ਿਗਨੇਟਡ ਹੈਗਾ, ਕੁਆਲੀਫਾਈਡ ਹੈਗਾ, ਤੁਸੀਂ ਅੱਜ ਵੀ PNP ਵਾਸਤੇ ਐਲੀਜੀਬਲ ਹੈਗੇ ਹੋ ਸਾਲ ਕੰਮ ਕਰਨ ਤੋਂ ਬਾਅਦ। ਸੋ ਕਹਿੰਦੇ ਆ ਕਈ ਵਾਰੀ ਲਿਟਲ ਨੌਲੇਜ ਇਜ਼ ਡੇਂਜਰਸ। ਬਿਲਕੁਲ। ਸੋ ਕਈ ਵਾਰੀ ਤੁਸੀਂ ਆਪ ਪੜ੍ਹਦੇ ਨਹੀਂ ਹੈਗੇ, ਜੋ ਸੁਣਨ ਨੂੰ ਮਿਲਦਾ ਆ ਉਹ ਕੋਈ ਝੂਠ ਬੋਲ ਰਿਹਾ, ਕੋਈ ਸੱਚ ਬੋਲ ਰਿਹਾ, ਉਹਨੂੰ ਹੀ ਤੁਸੀਂ ਕਿਸੇ ਲਾਇਰ, ਕਿਸੇ ਕੰਸਲਟੈਂਟ ਜਿਹੜਾ ਰੈਗੂਲੇਟਡ ਕੰਸਲਟੈਂਟ, ਉਹਦੇ ਨਾਲ ਬੈਠ ਕੇ ਡਿਸਕਸ ਤਾਂ ਕਰੋ ਕਿ ਮੇਰੇ ਵਾਸਤੇ ਕੀ ਆਪਸ਼ਨ ਹੈਗੀ ਹੈ। ਐਂਡ ਸਟੂਡੈਂਟਸ ਨੂੰ ਮੈਂ ਕਹੂੰਗਾ ਕਿ ਜੀ ਆਪਣੇ ਕੰਫਰਟ ਜ਼ੋਨ ਚੋਂ ਬਾਹਰ ਨਿਕਲੋ। ਨੋਵਾ ਸਕੋਸ਼ੀਆ, ਨਿਊ ਬ੍ਰਾਂਸਵਿਕ, ਨਿਊ ਫਾਊਂਡਲੈਂਡ, ਲੈਬਰਾਡੋਰ, ਪ੍ਰਿੰਸ ਐਡਵਰਡ ਆਈਲੈਂਡ, ਸੈਸਕੈਚੁਅਨ, ਮੈਨੀਟੋਬਾ, ਲੋਟ ਆਫ ਓਪਰਚੁਨਿਟੀਜ਼ ਐਗਜ਼ਿਸਟ ਕਰਦੀਆਂ ਪਈਆਂ, ਉਹਨਾਂ ਦਾ ਐਡਵਾਂਟੇਜ ਲਓ ਜਾ ਕੇ। ਇਹ ਨਾ ਸੋਚੋ ਕਿ ਮੈਂ ਘਰ ਦੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਰਹਿਣਾ। ਐਬਸੋਲੂਟਲੀ ਦੋਸਤਾਂ ਮਿੱਤਰਾਂ ਦੇ ਨਾਲ ਰਹਿਣਾ ਬਹੁਤ ਜ਼ਰੂਰੀ ਹੈ, ਨਾਲ ਲੈ ਜਾਓ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ। ਬਿਲਕੁਲ। ਤੇ ਉੱਥੇ ਜਾ ਕੇ ਆਪਣੇ ਤੁਹਾਡਾ PR ਸਭ ਤੋਂ ਪਹਿਲਾਂ ਤੁਹਾਡਾ ਪ੍ਰਾਇੋਰਟੀ ਹੋਣਾ ਚਾਹੀਦਾ, ਉਹਦੇ ਤੇ ਕੰਮ ਕਰੋ। ਜਦੋਂ PR ਹੋ ਗਈ ਦੈਨ ਯੂ ਕੈਨ ਲੁੱਕ ਐਟ ਆਲ ਦੋਜ਼ ਆਪਸ਼ਨਸ। ਐਂਡ ਅੱਜ ਦੀ ਤਰੀਕ ਦੇ ਵਿੱਚ ਸੁਖਪਾਲ ਜੀ, ਜਿਹੜਾ ਐਪਲੀਕੈਂਟ, ਜਿਹੜਾ ਸਟੂਡੈਂਟ ਨੋਵਾ ਸਕੋਸ਼ੀਆ, ਨਿਊ ਬ੍ਰੰਸਵਿਕ ਚਲਾ ਜਾਏਗਾ, ਉਹ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਦੋਸਤਾਂ ਮਿੱਤਰਾਂ ਨੂੰ ਬਹੁਤ ਅੱਗੇ ਨਿਕਲ ਜਾਏਗਾ। ਬਿਕੋਜ਼ ਜਿੰਨੀਆਂ ਓਪਰਚੁਨਿਟੀਜ਼ ਅੱਜ ਦੀ ਤਰੀਕ ਦੇ ਵਿੱਚ ਇਹਨਾਂ ਛੋਟੇ ਪ੍ਰੋਵਿੰਸਿਸ ਦੇ ਵਿੱਚ ਐਗਜ਼ਿਸਟ ਕਰਦੀਆਂ ਪਈਆਂ, ਜਿੰਨੀਆਂ ਬਿਜ਼ਨਸ ਓਪਰਚੁਨਿਟੀਜ਼ ਐਗਜ਼ਿਸਟ ਕਰਦੀਆਂ ਪਈਆਂ, ਘੱਟ ਪ੍ਰਾਈਸਿਸ ਦੇ ਉੱਤੇ ਪ੍ਰੋਪਰਟੀਜ਼ ਐਗਜ਼ਿਸਟ ਕਰਦੀਆਂ ਪਈਆਂ, ਉਹਦਾ ਫਾਇਦਾ ਲੈ ਲਓ। ਬਿਲਕੁਲ। ਔਰ ਇਸ ਤੋਂ ਅੱਗੇ ਅਸੀਂ ਜ਼ਿਕਰ ਕਰਾਂਗੇ ਜੋ ਵਿਜ਼ਟਰ ਇੱਥੇ ਘੁੰਮਣ ਲਈ ਆਉਂਦੇ ਨੇ, ਕਈ ਪੇਰੈਂਟਸ ਇੱਥੇ ਆਉਂਦੇ ਨੇ ਆਪਣੇ ਬੱਚਿਆਂ ਕੋਲ, ਇਸ ਤਰ੍ਹਾਂ ਸਕੇ ਸੰਬੰਧੀ ਰਿਸ਼ਤੇਦਾਰ ਆਉਂਦੇ ਨੇ, ਔਰ ਸਮਰ ਆ ਚੁੱਕਿਆ ਅਫੀਸ਼ੀਅਲੀ ਕੈਨੇਡਾ 'ਚ। ਤਾਂ ਮਨੋਜ ਜੀ, ਇਸ ਸੰਬੰਧੀ ਜੋ ਵਰਕ ਪਰਮਿਟ ਦੀ ਪਾਲਿਸੀ ਹੈ, ਜਿਹੜੇ ਵਿਜ਼ਟਰ ਆਏ ਹੋਏ ਨੇ, ਘੁੰਮਣ ਫਿਰਨ ਆਏ ਹੋਏ ਨੇ, ਕੀ ਉਹ ਵਰਕ ਪਰਮਿਟ ਲੈ ਸਕਦੇ ਆ ਇੱਥੇ ਹੁਣ ਤੱਕ? ਕਿਉਂਕਿ ਕੋਵਿਡ ਦੇ ਦਰਮਿਆਨ ਇਹ ਪਾਲਿਸੀ ਸ਼ੁਰੂ ਕੀਤੀ ਗਈ ਸੀ, ਮੌਜੂਦਾ ਸਥਿਤੀ ਕੀ ਹੈ ਇਸ ਪਾਲਿਸੀ? ਬਿਲਕੁਲ ਸੁਖਪਾਲ ਜੀ, ਪਬਲਿਕ ਪਾਲਿਸੀ ਸੀਗੀ, ਕੋਵਿਡ ਦੇ ਡਿਊਰਿੰਗ ਇਨੀਸ਼ੀਏਟ ਕੀਤੀ ਗਈ ਸੀ। ਬਿਕੋਜ਼ 2020 ਦੇ ਵਿੱਚ ਜਦੋਂ ਸਾਡਾ ਮੇਨ ਫਾਰਮਿੰਗ ਸੀਜ਼ਨ ਆਇਆ ਤੇ ਸਾਡੀ ਜਿਹੜੀ ਫਾਰਮ ਲੇਬਰਸ ਆਉਂਦੀ ਸੀਗੀ ਉਹ ਤਕਰੀਬਨ ਮੈਕਸੀਕੋ ਤੋਂ, ਕੈਰੀਬੀਅਨਸ ਤੋਂ ਆਉਂਦੇ ਸੀਗੇ ਸੀਜ਼ਨਲ ਵਰਕਰਸ, ਉਹ ਨਹੀਂ ਆ ਸਕੇ। ਸੋ ਉਸ ਟਾਈਮ ਤੇ ਇਹ ਪਾਲਿਸੀ ਲਿਖੀ ਗਈ ਸੀਗੀ ਤਾਂ ਕਿ ਜਿੰਨੇ ਵੀ ਐਪਲੀਕੈਂਟਸ ਵਿਦਿਨ ਕੈਨੇਡਾ ਹੈਗੇ ਨੇ ਉਹ ਇਸ ਪਾਲਿਸੀ ਦਾ ਫਾਇਦਾ ਚੱਕ ਸਕਣ। ਇਹਦਾ ਬੋਥ ਵੇ ਐਡਵਾਂਟੇਜ ਸੀਗਾ, EMPLOYER ਨੂੰ ਵੀ ਐਡਵਾਂਟੇਜ ਸੀਗਾ ਬਿਕੋਜ਼ ਉਹਨੂੰ ਵਰਕਫੋਰਸ ਮਿਲਦੀ ਪਈ ਸੀ ਕੰਮ ਕਰਨ ਵਾਸਤੇ, ਐਂਡ EMPLOYEE ਨੂੰ, ਫੋਰਨ ਵਰਕਰਸ ਨੂੰ ਵੀ ਐਡਵਾਂਟੇਜ ਸੀਗਾ ਕਿ ਉਹ ਇੱਥੇ ਰਹਿੰਦਿਆਂ ਹੋਇਆਂ ਇਸ ਪਾਲਿਸੀ ਦੇ ਤਹਿਤ ਆਪਣਾ ਵਰਕ ਪਰਮਿਟ ਲੈ ਸਕਦੇ। ਸੋ ਆਹ ਪਾਲਿਸੀ ਵੱਧ ਕੇ ਹੁਣ ਚਲੀ ਗਈ ਹੈ 28 ਫਰਵਰੀ 2023 ਤੱਕ। ਸੋ 2023 ਤੱਕ ਜੇ ਕੋਈ ਵੀ ਐਪਲੀਕੈਂਟ ਨੂੰ LMIA ਮਿਲਦਾ ਹੈਗਾ, ਉਹਦਾ ਵਰਕ ਪਰਮਿਟ ਲੱਗਣ ਦੇ ਚਾਂਸਸ ਬਹੁਤ ਬ੍ਰਾਈਟ ਹੈਗੇ ਨੇ। ਐਂਡ ਅੱਜ ਦੀ ਤਰੀਕ ਦੇ ਵਿੱਚ 1 ਮਿਲੀਅਨ ਤੋਂ ਜ਼ਿਆਦਾ ਓਪਰਚੁਨਿਟੀਜ਼ ਐਗਜ਼ਿਸਟ ਕਰਦੀਆਂ ਪਈਆਂ ਕੈਨੇਡਾ ਦੇ ਵਿੱਚ। ਸੋ ਮੈਂ ਕਹੂੰਗਾ ਉਹਨਾਂ ਦਾ ਐਡਵਾਂਟੇਜ ਚੱਕੋ। ਜਿਹਦੀ ਉਮਰ 55 ਤੋਂ ਘੱਟ ਹੈਗੀ ਹੈ, ਗ੍ਰੇਡ 12 ਕੀਤਾ ਹੋਇਆ, ਸਿਰਫ ਗ੍ਰੇਡ 12 12ਵੀਂ ਕੀਤੀ ਹੋਈ ਹੈ, 4 ਬੈਂਡ ਆਈਲੈਟ ਦੇ ਵਿੱਚ ਲੈ ਸਕਦਾ। ਤੁਸੀਂ ਅਦਰਵਾਈਜ਼ ਸੋਚ ਸਕਦੇ ਹੋ ਕਿ ਇੰਡੀਆ ਤੋਂ ਉਹ ਐਪਲੀਕੈਂਟ PR ਲੈ ਕੇ ਆ ਜਾਵੇ। ਬਿਲਕੁਲ, ਇਟ ਇਜ਼ ਨਾਟ ਪੋਸੀਬਲ। ਐਕਸਪ੍ਰੈਸ ਐਂਟਰੀ ਦੇ ਵਿੱਚ ਤੁਹਾਡਾ ਸਕੋਰ ਵੀ ਨਹੀਂ ਬਣਨਾ, ਉੱਥੇ ਤੁਸੀਂ ਪਹੁੰਚਣਾ ਵੀ ਨਹੀਂ ਹੈਗਾ, ਤੁਹਾਡੀ ਫਾਈਲ ਪਿਕ ਵੀ ਨਹੀਂ ਹੋਣੀ, ਨਜ਼ਰ ਵੀ ਨਹੀਂ ਵੱਜਣੀ। ਸੋ ਇਹ ਓਪਰਚੁਨਿਟੀਜ਼ ਉਹਨਾਂ ਦੋਸਤਾਂ ਵਾਸਤੇ ਹੈਗੀਆਂ। ਇਸ ਟਾਈਮ ਤੇ ਐਕਸਪੈਕਟਡ ਹੈਗਾ ਕਿ 5 ਲੱਖ ਵਿਜ਼ਟਰ ਇਸ ਸਮਰਸ ਦੇ ਵਿੱਚ ਇੱਥੇ ਆਉਣਗੇ। ਸੋ ਇਹ ਐਡਵਾਂਟੇਜ ਲਓ ਕਿ ਇਸ ਪ੍ਰੋਗਰਾਮ ਦਾ ਆ ਕੇ ਗ੍ਰੈਬ ਦਿਸ ਓਪਰਚੁਨਿਟੀ, ਆ ਕੇ ਪਰਮਾਨੈਂਟ ਰੈਜ਼ੀਡੈਂਸੀ ਆਪਣੀ PNP ਦੇ ਥਰੂ ਹਾਸਲ ਕਰੋ। ਐਂਡ ਇਹ ਓਪਰਚੁਨਿਟੀ ਦੁਬਾਰਾ ਨਹੀਂ ਆਣੀ ਹੈ, ਇਹਦਾ ਐਡਵਾਂਟੇਜ ਲਿੱਤਾ ਜਾਣਾ ਚਾਹੀਦਾ। ਤੇ ਜਾਂਦੇ ਲਾਸਟ ਵਿੱਚ ਬਿਜ਼ਨਸਮੈਨ ਦੇ ਲਈ ਕੈਨੇਡਾ 'ਚ ਕੀ ਓਪਰਚੁਨਿਟੀ ਹੈ, ਉਹਦਾ ਵੀ ਜ਼ਿਕਰ ਜ਼ਰੂਰ ਕਰ ਦਿਓ। ਸੁਖਪਾਲ ਜੀ, ਅੱਜ ਦੀ ਤਰੀਕ ਦੇ ਵਿੱਚ ਓਨਰ ਆਪਰੇਟਰ ਕੈਟੇਗਰੀ ਬਹੁਤ ਅਮੇਜ਼ਿੰਗ ਕੈਟੇਗਰੀ ਵਰਕ ਕਰ ਰਹੀ ਹੈਗੀ। ਆ ਕੇ ਇੱਥੇ ਓਨਰ ਬਿਜ਼ਨਸ ਬਾਏ ਕਰੋ। ICC ਇਮੀਗ੍ਰੇਸ਼ਨ ਤੇ ਅਸੀਂ ਕਾਫੀ ਸਾਰੇ ਫਰੈਂਚਾਈਜ਼ੀ ਹੋਲਡਰਸ ਦੇ ਨਾਲ ਟਾਈ ਅਪ ਕੀਤਾ ਹੋਇਆ। ਸੋ ਜੇ ਤੁਸੀਂ ਫੂਡ ਫਰੈਂਚਾਈਜ਼ ਦੇ ਵਿੱਚ ਜਾਣਾ ਚਾਹੁੰਦੇ ਹੋ, ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀ ਬਿਜ਼ਨਸ ਲੈਣ ਦੇ ਵਿੱਚ ਵੀ ਅਸੀਂ ਮਦਦ ਕਰ ਸਕਦੇ ਹਾਂ। ਉਹ ਫਰੈਂਚਾਈਜ਼ੀਜ਼ ਇਹੋ ਜਿਹੇ ਹੈਗੇ ਨੇ ਜਿਹੜੇ ਤੁਹਾਨੂੰ ਕਹਿੰਦੇ ਸਾਰੀ ਸਪੋਰਟ ਦਿੰਦੇ ਨੇ ਫਰੋਮ ਸਕ੍ਰੈਚ।
ਸੋ ਸਕ੍ਰੈਚ ਤੋਂ ਬਿਜ਼ਨਸ ਕਿਸ ਤਰ੍ਹਾਂ, ਜੇ ਕੋਈ ਐਸਟੈਬਲਿਸ਼ ਬਿਜ਼ਨਸ ਲੈਣਾ ਹੈ ਉਹ ਵੀ ਤੁਸੀਂ ਉਹਨਾਂ ਤੋਂ ਬਾਏ ਕਰ ਸਕਦੇ ਹੋ, ਜੇ ਕੋਈ ਸਕ੍ਰੈਚ ਤੋਂ ਸ਼ੁਰੂ ਕਰਨਾ ਉਹਦੇ ਵਿੱਚ ਵੀ ਐਡਵਾਂਟੇਜ ਲੈ ਸਕਦੇ ਹੋ, ਐਂਡ ਤੁਸੀਂ ਵਰਕ ਪਰਮਿਟ ਲੈ ਕੇ ਉਹਨੂੰ ਬਿਜ਼ਨਸ ਨੂੰ ਸਕਸੈਸਫੁਲੀ ਰਨ ਕਰ ਸਕਦੇ ਹੋ, ਐਂਡ ਪੀਐਨਪੀ ਦੇ ਵਿੱਚ ਥਰੂ ਪੀਆਰ ਜਾਂ ਐਕਸਪ੍ਰੈਸ ਐਂਟਰੀ ਦੇ ਥਰੂ ਕੁਆਲੀਫਾਈ ਪੀਆਰ ਵਾਸਤੇ ਵੀ ਹੋ ਸਕਦੇ ਹੋ। ਸੋ ਓਪਰਚੁਨਿਟੀਜ਼ ਬਹੁਤ ਜ਼ਿਆਦਾ ਹੈਗੀਆਂ। ਮੈਂ ਇੱਕੋ ਚੀਜ਼ ਕਹੂੰਗਾ ਕਿ ਜਿੰਨੇ ਵੀ ਦੋਸਤ ਇਸ ਟਾਈਮ ਵਿਜ਼ਿਟ ਵੀਜ਼ਾ ਤੇ ਕੈਨੇਡਾ ਦੇ ਵਿੱਚ ਹੈਗੇ ਨੇ, ਜਾਂ ਜਿਨ੍ਹਾਂ ਦੇ ਕੋਲ ਵਿਜ਼ਿਟ ਵੀਜ਼ਾ ਲੱਗਾ ਹੋਇਆ, ਜਾਂ ਜਿਹੜੇ ਉਹ ਐਪਲੀਕੈਂਟਸ ਹੈਗੇ ਨੇ ਜਿਨ੍ਹਾਂ ਦੇ ਸਪਾਊਸ ਇੱਥੇ ਕੰਮ ਕਰ ਰਹੇ ਨੇ, ਵੇਟ ਕਰ ਰਹੇ ਨੇ ਕਿ ਮੈਂ ਇੰਟਰਾ ਕੰਪਨੀ 'ਚ ਆਇਆ ਸੀਗਾ ਜਾਂ ਜੌਬ ਆਫਰ ਤੇ ਆਇਆ ਸੀਗਾ, ਮੇਰੇ ਸਪਾਊਸ ਦੇ ਕੋਲ ਓਪਨ ਵਰਕ ਪਰਮਿਟ ਹੈਗਾ ਤੇ ਮੇਰੀ ਪੀਆਰ ਨਹੀਂ ਹੋ ਰਹੀ ਕਿਉਂਕਿ ਪੀਐਨਪੀ ਸਕੋਰ ਉੱਪਰ ਚਲਾ ਗਿਆ ਹੋਇਆ। ਸੋ ਉਹਨਾਂ ਸਾਰੇ ਐਪਲੀਕੈਂਟਸ ਨੂੰ ਕਹੂੰਗਾ ਇੱਕ ਵਾਰੀ ਆਈਸੀਸੀ ਤੇ ਸਾਨੂੰ ਕੰਟੈਕਟ ਕਰੋ। ਦੇयर ਆਰ ਲੋਟ ਆਫ ਓਪਰਚੁਨਿਟੀ ਜਿਹਦਾ ਤੁਸੀਂ ਫਾਇਦਾ ਚੱਕ ਸਕਦੇ ਹੋ। ਆਈਸੀਸੀ ਤੇ ਐਜ਼ ਅ ਪ੍ਰੋਫੈਸ਼ਨਲ ਅਸੀਂ ਤੁਹਾਨੂੰ ਗਾਈਡ ਕਰ ਸਕਦੇ ਹਾਂ। ਸੁਖਪਾਲ ਜੀ, ਸਾਨੂੰ 15 ਸਾਲ ਤੋਂ ਜ਼ਿਆਦਾ ਅਰਸਾ ਹੋ ਗਿਆ ਇਮੀਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦਿਆਂ ਹੋਇਆ, ਐਂਡ ਵੀ ਆਰ ਅ ਟੀਮ ਦੈਟ ਇਜ਼ ਨੋਨ ਫॉर ਕ੍ਰਿਸਟਲ ਕਲੀਅਰ ਐਂਡ ਟ੍ਰਾਂਸਪੇਰੈਂਟ ਵਾਈਜ਼। ਜਿਹੜੀ ਚੀਜ਼ ਪੋਸੀਬਲ ਹੁੰਦੀ ਆ ਦੱਸਦੇ ਆ, ਜਿਹੜੀ ਚੀਜ਼ ਨਹੀਂ ਹੁੰਦੀ ਤੁਹਾਨੂੰ ਕਹਿੰਦੇ ਆ ਕਿ ਇਹਦੇ 'ਚ ਟਾਈਮ ਤੇ ਪੈਸਾ ਖਰਾਬ ਨਾ ਕਰੋ। ਸੋ ਟ੍ਰਾਂਸਪੇਰੈਂਟ ਐਡਵਾਈਸ ਵਾਸਤੇ ਇਮੀਗ੍ਰੇਸ਼ਨ ਦੀ ਕਿਹੜੀ ਓਪਰਚੁਨਿਟੀ ਤੁਹਾਡੇ ਵਾਸਤੇ ਬੈਸਟ ਵਰਕ ਕਰ ਸਕਦੀ ਹੈ, ਉਹਦੇ ਵਾਸਤੇ ਸਾਨੂੰ ਜ਼ਰੂਰ ਕੰਟੈਕਟ ਕਰੋ। ਵੀ ਕੈਨ ਅਸਿਸਟ ਯੂ ਐਂਡ ਗਾਈਡ ਯੂ। ਸਾਡਾ ਈਮੇਲ ਆਈਡੀ ਹੈਗਾ info@iccimmigration.ca। ਫੋਨ ਨੰਬਰ ਹੈਗਾ ਜੀ 9054612424 ਐਂਡ WhatsApp ਨੰਬਰ ਹੈਗਾ 6478509000। ਜੀ ਮਨੋਜ ਜੀ, ਸਟੂਡੀਓ 'ਚ ਆਏ, ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ, ਇਟਸ ਅ ਪਲੇਜ਼ਰ ਸੁਖਪਾਲ ਜੀ। ਸੋ ਇਹ ਸਨ ਆਈਸੀਸੀ ਇਮੀਗ੍ਰੇਸ਼ਨ ਤੋਂ ਐਮਡੀ ਮਨੂ ਦੱਤਾ ਜੀ, ਜਿਨ੍ਹਾਂ ਨੇ ਕੈਨੇਡਾ ਇਮੀਗ੍ਰੇਸ਼ਨ 'ਚ ਕੀ ਕੁਝ ਚੱਲ ਰਿਹਾ ਉਸ ਬਾਰੇ ਸਾਨੂੰ ਜਾਣਕਾਰੀ ਦਿੱਤੀ ਹੈ, ਲੇਟੈਸਟ ਅਪਡੇਟਸ ਸਾਂਝੀਆਂ ਕੀਤੀਆਂ। ਇੱਕ ਵਾਰ ਫਿਰ ਸਾਡਾ ਸਾਰਿਆਂ ਦਾ ਧੰਨਵਾਦ। ਜਲਦੀ ਨਵੇਂ ਐਪੀਸੋਡ ਨਾਲ ਤੁਹਾਡੇ ਰੂਬਰੂ ਹੋਵਾਂਗੇ। ਹੁੰਦੇ ਆਗਿਆ, ਧੰਨਵਾਦ।